हाँ जी, साध संगत जी हाथ जोड़ के फतेह बुलाइए जी। वाहिगुरु जी का खालसा, वाहिगुरु जी की फतेह. Okay, so we're just starting a little bit late, a few minutes, 5 minutes late. Just so ਜਿਹੜੇ ਬਾਕੀ ਆਉਂਦੇ ਸੀ at 4 o'clock there weren't many people here, so most of you come up just after 4. So ਪਹਿਲੀ ਚੀਜ਼ ਆਪਾਂ ਹੁਣ ਅਰਦਾਸ ਕਰਨੀ ਆ. Anybody would any new faces that would like to do the ਅਰਦਾਸ ਕਰਨੇ ਦੀ ਸੇਵਾ ਕੋਈ ਕਰਨਾ ਚਾਹੁੰਦਾ? Adults or children? Don't all put your hands up at the same time. Okay, any of the older faces then? Okay. ਆਪਾਂ ਹੌਲੀ ਹੌਲੀ ਨਾ, children, you can nudge your parents as well to get involved. Okay? It's nothing, ਆਪਾਂ ਇੱਥੇ like we're like a family. ਜਿੰਨਾ ਚਿਰ ਅਸੀਂ ਆਪਾਂ ਦੇਖਦੇ ਹਾਂ ਵੀ ਬਾਹਰਲੇ, when we think ਵੀ ਅਸੀਂ ਇੱਕ ਪਰਿਵਾਰ ਆ, then ਸਾਡਾ ਡਰ ਚੁੱਕਿਆ ਜਾਂਦਾ. ਪਹਿਲਾਂ I didn't like coming onto the stage, but then after a while you realize actually it's a great service. It makes you learn ਵੀ ਮੈਂ ਕੀ ਕਰਨਾ ਇੱਥੇ ਗੁਰਦੁਆਰੇ ਆ ਕੇ, forces you to go into history. So ਮੈਨੂੰ ਵੀ ਆਪ ਕੁਛ ਮਿਲਦਾ. ਸੋ ਆਪਾਂ ਦੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਆਪ ਅਰਦਾਸ ਕਰੀਏ, ਇਹ ਨਾਲ ਵੱਡੀ ਸੇਵਾ ਕੀ ਹੋ ਸਕਦੀ. So you should all take it that this is a privilege. It'd be an honour for me to learn the ardas, to do it here at Gurmat school in front of Guru Granth Sahib Ji. ਘਰ ਤਾਂ ਕਰਦੇ ਆਪਾਂ ਅਰਦਾਸ, but ਇੱਥੇ ਕਰਕੇ maybe you'll think actually it's something extra for me. So ਬੱਚੇ ਹੁਣ ਆ ਕੇ, you all know how to stand. I'm not going to repeat it, but we'll be watching for people who are looking left and right and hands are all over the place. Okay, so ਆਪਾਂ ਹੁਣ ਖੜ ਕੇ ਹੋਈਏ. All the ਬੱਚੇ, do you want to come and stand in line? Stand as though in front of the King of Kings, because we are. Okay, ਸ਼ਹਿਨशाह ਦੇ ਅੱਗੇ ਖੜੇ ਆ. So ਰਾਸ਼ੀ ਨਹੀਂ ਕਰਨੀ. Be respectful. Okay, ਚਲੋ ਆਦਤ ਕਰੀਏ. ਤੂੰ ਠਾਕਰ ਤੁਮ ਪੈ ਅਰਦਾਸ, ਜਿਉ ਪਿੰਡ ਸਭ ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇਰੇ, ਕੋਈ ਨਾ ਜਾਣੇ ਤੁਮਰਾ ਅੰਤ, ਊਚੇ ਤੇ ਊਚਾ ਭਗਵੰਤ, ਸਗਲ ਸਮਗਰੀ ਤੁਮ ਤੇ ਹੋਏ ਸੋ ਆਗਿਆਕਾਰੀ, ਤੁਮਰੀ ਗਤ ਮਿਤ ਨਾਨਕ ਦਾਸ ਸਦਾ ਕੁਰਬਾਨੀ. ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ. ਸ੍ਰੀ ਭਗਵਤੀ ਜੀ ਸਹਾਇ. ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ. ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਏ ਸਹਾਇ. ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ, ਕਰ ਨੌਨਿਤ ਆਵੇ ਧਾਏ, ਸਭ ਥਾਈਂ ਹੋਏ ਸਹਾਇ. ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋ ਸਹਾਇ. ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ. ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਹੀ, ਤੇਗ ਵਾਹੀ, ਦੇਖ ਕੇ ਅਣਡਿਠ ਕੀਤਾ, ਤਿੰਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ. ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਾਏ, ਖੋਪਰਿਆਂ ਲੋਹਾਈਆਂ, ਚਰਖੀਆਂ ਦੇ ਚੜੇ, ਆਰੇ ਨਾਲ ਚੀਰੇ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ. ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ. ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ. ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ. ਚਿੱਤ ਆਵੈ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਥਾਂ ਰਚਿਆ ਰਿਆਇਤ, ਦੇਗ ਤੇਗ ਫਤਿਹ, ਬਿਰਦ ਕੀ ਪੈਜ, ਪੰਥ ਕੀ ਜੀਤ, ਸ਼੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੋ ਬੋਲ ਬਾਲੇ ਬੋਲੋ ਜੀ. ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ. ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ, ਤਨਕਾ ਜੈਕਾਰ, ਖਾਲਸਾ ਜੀ ਬੋਲੋ ਜੀ. ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਵਾਹਿਗੁਰੂ. ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਤ ਦਾ ਰਾਕਾਪ, ਵਾਹਿਗੁਰੂ. ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰਜਿਓ, ਸਮੂਹ ਗੁਰਦੁਆਰਿਆਂ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੇ ਬਖਸ਼ਿਓ.
हे ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੀ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ। ਸੱਚੇ ਪਿਤਾ ਜੀ, ਆਪਣੇ ਬੱਚੇ ਕੋਲੋਂ ਅਰਦਾਸ ਕਰਨ ਸਮੇਂ ਅਨੇਕਾਂ ਗਲਤੀਆਂ ਹੋ ਗਈਆਂ। ਬੱਚਾ ਸਮਝ ਕੇ ਬਖਸ਼ਣਾ ਤੇ ਅੱਗੇ ਵਾਸਤੇ ਸਿਰ ਤੇ ਮਿਹਰ ਭਰਾ ਹੱਥ ਰੱਖਣਾ। ਹੁਣ ਆਪਣਾ ਪਵਿੱਤਰ ਹੁਕਮਨਾਮਾ ਬਖਸ਼ ਕੇ ਗੁਰਮਤ ਕਲਾਸ ਆਰੰਭ ਕਰਨ ਦੀ ਆਗਿਆ ਬਖਸ਼ਿਓ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ, ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲਬੋ ਚਾਹੇ, ਖੋਜ ਸ਼ਬਦ ਮੈਂ ਲੈ, ਰਾਜ ਕਰੇਗਾ ਖਾਲਸਾ, ਆਕੀ ਰਹੇ ਨ ਕੋਏ। ख्वार होए सब मिलेंगे, बचे शरण जो होए। ख्वार होए सब मिलेंगे, बचे शरण जो होए। जो बोले सोने हाल, सात श्री अकाल। जो बोले सोने हाल, जो बोले सोने हाल, जो बोले सोने हाल, जो बोले सोनहाल, 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 सत श्री अकाल। जो बोले सोनहाल, 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 जो बोले सोनिहाल, जो बोले सोनिहाल, श्री अकाल। जो बोले सो निहाल। वाहिगुरु जी का खालसा, वाहिगुरु जी की फतेह। ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹਿਲਾ ਤੀਜਾ। ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨਾ ਲੱਗੈ ਆਏ। ਜੰਮਣ ਮਰਨਾ ਮਿਟ ਗਿਆ, ਕਾਲੇ ਕਾ ਕਿਛ ਨਾ ਬਸਾਏ। ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨਾ ਲੱਗੈ ਆਏ। ਜੰਮਣ ਮਰਨਾ ਮਿਟ ਗਿਆ, ਕਾਲੇ ਕਾ ਕਿਛ ਨਾ ਬਸਾਏ। ਹਰ ਸੇਤੀ ਮਨ ਰਵ ਰਹਾ,
ਸੱਚੇ ਰਹਿਆ ਸਮਾਏ। ਨਾਨਕ ਹਉ ਬਲਿਹਾਰੀ ਤਿਨ ਕਉ, ਜੋ ਚੱਲਣ ਸਤ ਗੁਰ ਭਾਏ। ਮਹਿਲਾ ਤੀਜਾ। ਬਿਨ ਸ਼ਬਦੈ ਸੁਧ ਨਾ ਹੋਵਈ, ਜੇ ਅਨੇਕ ਕਰੈ ਸ਼ਿੰਗਾਰ। ਫਿਰ ਕੀ ਸਾਰ ਨਾ ਜਾਣੀ, ਦੂਜੇ ਪਾਏ ਪਿਆਰ। ਸਾਕ ਸੁਧ ਸਾਕ ਕੁਲੱਖਣੀ, ਨਾਨਕ ਨਾਰੀ ਵਿੱਚ ਕੁਨਾਰ। ਪੌੜੀ। ਹਰ ਹਰ ਆਪਣੀ ਦਇਆ ਕਰ, ਹਰ ਬੋਲੀ ਬੈਣੀ। ਹਰ ਨਾਮ ਧਿਆਈ, ਹਰ ਉਚਰਾ, ਹਰ ਲਾਹਾ ਲੈਣੀ। ਜੋ ਜਪਦੇ ਹਰ ਹਰ ਦਿਨ ਸੁਰਾਤ, ਤਿਨ ਹਾਂ ਕੁਰਬੈਣੀ। ਜਿਨਾ ਸਤਿਗੁਰ ਮੇਰਾ ਪਿਆਰਾ ਅਰਾਧਿਆ, ਤਿਨ ਜਨ ਦੇਖਾਂ ਨੈਣੀ। ਹਉ ਬਾਰਿਆ ਆਪਣੇ ਗੁਰੂ ਕਉ, ਜਿਨ ਮੇਰਾ ਹਰ ਸੱਜਣ ਮੇਲਿਆ ਸੈਣੀ। ਜਿਨਾ ਸਤਿਗੁਰ ਮੇਰਾ ਪਿਆਰਾ ਰਾਧਿਆ, ਤਿਨ ਜਨ ਦੇਖਾਂ ਨੈਣੀ। ਹਉ ਵਾਰਿਆ ਆਪਣੇ ਗੁਰੂ ਕੋ, ਜਿਨ ਮੇਰਾ ਹਰ ਸੱਜਣ ਮੇਲਿਆ ਸੈਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Today's Hukmnama comes from Ang number 651 and 52, and it's a part of a bar. Unless I go right to the front of the bar, I will not know in which rag it is, because it's not stated in these paragraphs. You have to go right to the front to find which rag it is. For our purposes, Shlok Mehla Tija. ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਦਾ ਪਹਿਲਾ ਸ਼ਲੋਕ। ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨਾ ਲੱਗੈ ਆਏ। ਜੰਮਣ ਮਰਨਾ ਮਿਟ ਗਿਆ, ਕਾਲੇ ਕਾ ਕਿਛ ਨਾ ਵਸਾਏ। ਗੁਰੂ ਅਮਰਦਾਸ ਜੀ ਉਸ ਸੁੱਖ ਦੀ ਗੱਲ ਕਰਦੇ ਆ, ਉਸ ਆਨੰਦ ਦੀ ਗੱਲ ਕਰਦੇ ਆ, ਜਿੱਦਾਂ ਆਪਾਂ ਆਨੰਦ ਸਾਹਿਬ ਦੇ ਵਿੱਚ ਪੜ੍ਹਦੇ ਹਾਂ। ਜਿੱਥੇ ਵੀ ਖੱਖੇ ਥੱਲੇ ਔਂਕੜ ਦੇ ਨਾਲ ਸੁੱਖ ਲਿਖਿਆ ਜਾਂਦਾ, ਉਹ ਆਨੰਦਮਈ ਅਵਸਥਾ ਲਈ ਹੁੰਦਾ। ਆਮ ਤੌਰ 'ਤੇ ਇਹਦੀ ਟਰਾਂਸਲੇਸ਼ਨ ਕੰਫਰਟ ਵੀ ਬਣ ਸਕਦੀ, ਬਟ ਬਲਿਸ ਬਣਦੀ ਹੈ। ਬਲਿਸ, BLISS ਦੇ ਨਾਲ। ਇਹ ਜਿਹੜੀ ਬਲਿਸ ਆ, ਗੁਰੂ ਸਾਹਿਬ ਕਹਿੰਦੇ ਨੇ ਕਿ ਗੁਰੂ ਸੇਵਾ ਤੋਂ ਉਪਜਦੀ ਆ। ਇਟਸ evoked from serving the Guru. How do you serve the Guru? ਗੁਰੂ ਦੇ ਸ਼ਬਦ ਨੂੰ ਕਮਾ ਕੇ, by actually in your practical life bringing the essence of the ਸ਼ਬਦ and then putting that into practice. ਇਹ ਆ ਗੁਰੂ ਦੀ ਸੇਵਾ। ਇਹਨੂੰ ਗੁਰਬਾਣੀ ਨੇ ਤਪਾਂ ਸਿਰ ਤਪ ਮੰਨਿਆ। ਜਿਹੜੇ ਲੋਕ ਜਾ ਕੇ ਜੰਗਲਾਂ ਬਿਆਬਾਨਾਂ ਵਿੱਚ ਮੈਡੀਟੇਸ਼ਨ ਕਰਦੇ ਨੇ ਕੌਨਸਟੈਂਟਲੀ, ਉਹਨਾਂ ਨੂੰ ਗੁਰਬਾਣੀ ਨੇ ਇੰਪੋਰਟੈਂਸ ਨਹੀਂ ਦਿੱਤੀ। ਲੇਕਿਨ ਜਿਹਨੇ ਗੁਰੂ ਦੇ ਸ਼ਬਦ 'ਤੇ ਪਹਿਰਾ ਦਿੱਤਾ, ਡੈਡੀਕੇਸ਼ਨ ਦੇ ਨਾਲ ਸੇਵਾ ਕੀਤੀ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਅੰਦਰੋਂ ਕੱਢ ਕੇ, ਉਸ ਨੂੰ ਸਭ ਤੋਂ ਜ਼ਿਆਦਾ ਗੁਰਬਾਣੀ ਨੇ ਇੰਪੋਰਟੈਂਸ ਦਿੱਤੀ ਆ। ਫਿਰ ਦੁੱਖ ਨਾ ਲੱਗੈ ਆਏ ਦਾ ਵੀ ਮਤਲਬ ਇਹੀ ਆ ਕਿ ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਦੁੱਖ ਉਪਜਦਾ, ਸਾਨੂੰ ਦੁੱਖ ਹੁੰਦਾ ਉਹਨਾਂ ਤੋਂ, ਉਹ ਫਿਰ ਸ਼ਬਦ ਦੇ ਕਮਾਉਣ ਵਾਲੇ ਨੂੰ ਨਹੀਂ ਲੱਗਦਾ। ਜੰਮਣ ਮਰਨਾ ਮਿਟ ਗਿਆ, ਕਾਲੇ ਕਾ ਕਿਛ ਨਾ ਵਸਾਏ। ਕਾਲੇ, ਕਾਲ ਦਾ, ਮੌਤ ਦਾ ਡਰ। ਇੱਥੇ ਜੰਮਣ ਮਰਨ ਜਿਹੜਾ ਮਿਟ ਗਿਆ, ਇਹ ਮਨ ਦਾ। ਫਿਜ਼ੀਕਲ ਮੌਤ ਸਾਨੂੰ ਸਾਰਿਆਂ ਨੂੰ ਆਵੇਗੀ। ਸੋ ਦੇਰ ਇਜ਼ ਨੋ ਪੁਆਇੰਟ ਅਬਾਊਟ ਦੈਟ ਕਿ ਫਿਜ਼ੀਕਲ ਮੌਤ ਨਹੀਂ ਕਿਸੇ ਨੂੰ, ਜੋ ਉਪਜਿਓ ਸੋ ਬਿਨਸ ਹੈ। ਇਹ ਕਲੀਅਰ ਹੈ ਸਾਰੀ ਬਾਣੀ ਤੋਂ। ਲੇਕਿਨ ਜਿਹੜਾ ਜੰਮਣ ਮਰਨ ਹੁੰਦਾ, ਉਹ ਮਨ ਦਾ ਹੁੰਦਾ। ਇਟਸ ਅ ਮਾਈਂਡ ਵਿਚ ਐਕਚੁਅਲੀ ਟੇਕਸ ਬਰਥ, acquires this body. The body then finishes, mind back to square one, accountable to the Akal Purkh. And if it's not that it can be absorbed back into Akal Purkh, then it still comes on another journey in another life. So Guru Sahib ਇੱਥੇ ਦੱਸ ਰਹੇ ਆ ਕਿ ਜਿਸ ਨੇ ਗੁਰੂ ਦੀ ਸੇਵਾ ਕੀਤੀ, ਗੁਰ ਸੇਵਾ, ਗੁਰੂ ਦੇ ਸ਼ਬਦ ਨੂੰ ਕਮਾਇਆ, ਇਸ ਮਨੁੱਖੇ ਜਨਮ ਦੇ ਵਿੱਚ ਉਹਦਾ ਇਹ ਜੰਮਣ ਤੇ ਮਰਨ ਵੀ ਮਿਟ ਜਾਂਦਾ।
ਉਹ ਮੁੜ ਕੇ ਅਕਾਲ ਪੁਰਖ ਦਾ ਰੂਪ ਹੋ ਜਾਂਦਾ। ਸੋ ਸਾਰਾ ਸ਼ਲੋਕ ਦੇ ਵਿੱਚ ਇਹੀ ਆ, ਨਾਨਕ ਹਉ ਬਲਿਹਾਰੀ ਤਿਨ ਕੋ ਜੋ ਚੱਲਣ ਸਤਿਗੁਰ ਪਾਏ। I'm grateful, sacrifice to those Gursikh who actually follow the guidance of the Guru. ਗੁਰੂ ਸਾਹਿਬ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਆ। ਦੂਸਰੇ ਸ਼ਲੋਕ ਦੇ ਵਿੱਚ ਵੀ ਇਹੀ ਆਈਡੀਆ ਆ ਕਿ ਸ਼ਬਦ ਤੋਂ ਬਗੈਰ ਤੁਸੀਂ ਸ਼ੁੱਧ ਨਹੀਂ ਹੋ ਸਕਦੇ। ਬਿਨ ਸ਼ਬਦ ਹੈ ਸੁੱਧ ਨਾ ਹੋਵੇ ਜੇ ਅਨੇਕ ਕਰੇ ਸ਼ਿੰਗਾਰ। No matter how much you're decorated from outside, you know, big turban, nice clothes, ਚਿੱਟੇ ਕੁੜਤੇ ਪਜਾਮੇ, ਗਿਆਨੀ ਧਿਆਨੀ ਬੰਦਾ, ਬਟ ਜੇ ਤੁਹਾਡੇ ਅੰਦਰ ਸ਼ਬਦ ਨਹੀਂ ਹੈ, ਸ਼ਬਦ ਦਾ ਗਿਆਨ ਨਹੀਂ ਹੈ, ਹਿਊਮਿਲਿਟੀ ਨਹੀਂ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਕੰਟਰੋਲ 'ਚ ਨਹੀਂ ਹੈ, ਤਾਂ ਗੁਰੂ ਸਾਹਿਬ ਕਹਿੰਦੇ ਤੂੰ ਸ਼ੁੱਧ ਨਹੀਂ ਹੈ। ਇਨਫੈਕਟ ਉਹਨੂੰ ਗੁਰਬਾਣੀ ਦੇ ਵਿੱਚ ਕੁਸੁੱਧ ਕਿਹਾ, ਆਪੋਸਿਟ ਆਫ ਦੈਟ, ਯੂ ਆਰ ਈਵਲ। ਸਾਕ ਕੁਸੁੱਧ, ਸਾਕ ਕੁਲੱਖਣੀ। ਸੁਲੱਖਣੀ ਹੁੰਦੀ ਹੈ ਗ੍ਰੇਸਫੁਲ, ਕੁਲੱਖਣੀ ਹੁੰਦੀ ਉਹਦੇ ਉਲਟ, ਜਿਹੜੀ ਆਪਣੀ ਮਰਜ਼ੀ ਕਰੇ। ਵੀ ਆਰ ਆਲ ਵਿਮਨਸ ਆਫ ਅਕਾਲ ਪੁਰਖ। ਸੋ ਇੱਥੇ ਜਿਹੜੀ ਕੁਲੱਖਣੀ ਲਫ਼ਜ਼ ਆ ਉਹ ਪਰਟੀਕੂਲਰਲੀ ਕਿਸੇ ਫੀਮੇਲ ਦੇ ਲਈ ਨਹੀਂ ਹੈ, ਇਟਸ ਫॉर all the beings. Only Akal Purkh is recognized here as a master. So we all belong, if you like, in that sense, as a spouse of Akal Purkh. ਸਾਕ ਕੁਸੁੱਧ, ਸਾਕ ਕੁਲੱਖਣੇ, ਨਾਨਕ ਨਾਰੀ ਨਾਰੀ ਵਿੱਚ ਕੁਨਾਰ। ਵੀ ਜੇ ਸਾਰਿਆਂ ਨੂੰ ਗਿਣੀਏ, ਜਿੱਦਾਂ ਆਪਾਂ ਕਹਿ ਦਈਦਾ ਨਾ, ਫਿਰ ਠਗਾਂ ਵਿੱਚੋਂ ਠਾਗਿਆ, ਬਹੁਤ ਵੱਡਾ ਠਾਗਿਆ, ਗਵਾਰਾਂ ਵਿੱਚੋਂ ਗਵਾਰਿਆ। ਇਸੇ ਤਰ੍ਹਾਂ ਗੁਰੂ ਸਾਹਿਬ ਇੱਥੇ ਕਹਿਣ ਦੀ ਕੋਸ਼ਿਸ਼ ਕਰਦੇ ਆ ਕਿ ਜਿੰਨਾ ਮਰਜ਼ੀ ਬਾਹਰੋਂ ਆਊਟਸਾਈਡ ਡੈਕੋਰੇਸ਼ਨ ਜਿੰਨੀ ਮਰਜ਼ੀ ਹੋਵੇ, ਜਦੋਂ ਤੱਕ ਅਕਾਲ ਪੁਰਖ ਨੂੰ ਨਹੀਂ ਪਾਇਆ, ਫਿਰ ਕੀ ਸਾਰ ਨਾ ਜਾਣੇ। ਦੂਜੇ ਭਾਏ ਪਿਆਰ। ਦੂਜਾ ਕੀ ਆ? ਮਾਇਆ। ਮਾਇਆ ਨਾ ਪਿਆਰ। ਇੱਕ ਪਾਸੇ ਅਕਾਲ ਪੁਰਖ ਹੈ, ਦੂਜੇ ਪਾਸੇ ਉਹਦੀ ਮਾਇਆ। ਮਾਇਆ is anything which distracts you from the Lord. Anything. Okay? So ਜਿਹੜਾ ਮਾਇਆ ਨੂੰ ਪਿਆਰ ਕਰਦਾ ਉਹ ਅਕਾਲ ਪੁਰਖ ਨੂੰ ਪਿਆਰ ਨਹੀਂ ਕਰ ਸਕਦਾ। ਜਿਹੜਾ ਅਕਾਲ ਪੁਰਖ ਨੂੰ ਪਿਆਰ ਕਰਦਾ ਉਹ ਮਾਇਆ ਨੂੰ ਨਹੀਂ ਕਰ ਸਕਦਾ। So there is a drawn line in between. One is divine, the other one is worldly. And the one who loves the world comes back into the world again and again. But the one who loves the divine get absorbed back into the Shabd. So ਇਹੀ ਚੀਜ਼ ਨੂੰ ਸਮਝਣ ਦੀ ਲੋੜ ਆ। ਇਹ ਤੋਂ ਬਾਅਦ ਫਿਰ ਜਿਹੜੀ ਪੌੜੀ ਆ ਉਹ ਇਹਦੇ ਨਾਲ ਆ। ਉਹਦੇ ਵਿੱਚ ਵੀ ਜਿਹੜੀ ਗੁਰੂ ਮਹਾਰਾਜ ਜੀ ਨੇ ਵਿਆਖਿਆ ਹੀ ਕੀਤੀ ਆ ਕਿ ਮੈਂ ਕੁਰਬਾਨ ਜਾਵਾਂ ਉਹਨਾਂ 'ਤੇ ਡੇ ਐਂਡ ਨਾਈਟ। ਜਿਹੜੇ ਇਹੋ ਜਿਹੇ ਪਿਆਰੇ ਨੇ ਜਿਨ੍ਹਾਂ ਸਤਿਗੁਰ ਮੇਰਾ ਪਿਆਰਾ ਰਾਧਿਆ, ਤਿੰਨ ਜਨ ਦੇਖਾਂ ਨੈਣੀ। I want to see, I want to have their vision. ਜਿਨ੍ਹਾਂ ਨੇ ਇਹੋ ਜਿਹਾ ਗੁਰੂ ਦਾ ਸ਼ਬਦ ਕਮਾਇਆ, ਉਹਨਾਂ ਨੂੰ ਹੀ ਮੈਂ ਆਪਣੇ ਬਿਲਵਡ ਮਿੱਤਰ ਦੋਸਤ ਸਮਝਦਾ। ਜਿਹੜਾ ਵਰਡ ਅਖੀਰ 'ਤੇ ਆਇਆ ਨਾ, ਹਰ ਹਾਂ ਵਾਰਿਆ ਆਪਣੇ ਗੁਰੂ ਕੋ ਜਿਨ ਮੇਰਾ ਹਰ ਸੱਜਣ ਮਿਲਿਆ ਸੈਣੀ। ਇੱਥੇ ਲਫ਼ਜ਼ ਸੈਣੀ ਕਿਸੇ ਜਾਤ ਲਈ ਨਹੀਂ ਹੈ। ਸੈਣੀ ਦਾ ਮਤਲਬ ਆ ਬਿਲਵਡ, ਜਿੱਦਾਂ ਅਸੀਂ ਸੁਝਾਨ ਕਹਿੰਦੇ ਹਾਂ, ਸੱਜਣ ਸੁਝਾਨ। ਬਿਲਵਡ ਜਿਹੜਾ ਤੁਹਾਡਾ ਫਰੈਂਡ ਹੋਵੇ ਉਹਨੂੰ ਤੁਸੀਂ ਉਹਦੇ ਨਾਲ ਰਿਫੇਅਰ ਕਰਦੇ ਆ। ਸੋ ਦ ਵਰਡ ਸੈਣੀ ਇਨ ਹੇਅਰ is used in the sense to match it with the word nani. Nani means the eyes. I want to have their visions, to have their darshan, ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਵੀ ਜਿਹੜੇ ਇਹੋ ਜਿਹੇ ਸੱਜਣ ਨੇ ਜਿਹੜੇ ਗੁਰੂ ਦੇ ਸ਼ਬਦ ਦੇ ਨਾਲ ਜੁੜੇ ਹੋਏ ਨੇ। ਖਿਮਾ ਜੱਜ ਕਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Waheguru Ji Ka Khalsa, Waheguru Ji Ki Fateh. I think it sounded as though if I had closed my eyes, hundred dekhda, yeah, probably 50, 60 people. Jim akha band kar dena, it sounds as though there's probably no more than 10 people in the sangat, literally. So let's try that again, okay? Sare nu apna farz pura karna chahida. Hath jod ke fateh bulaiye. Waheguru Ji Ka Khalsa, Waheguru Ji Ki Fateh. ਹਰਦਿਆਲ ਸਿੰਘ ਨੇ ਕਿਹਾ ਸੀਗਾ ਵੀ ਹਉਮੈ ਬਾਣੀ 'ਚ ਇਹ ਕਹਿੰਦੇ ਵੀ ਜਿੱਥੇ ਮੈਂ ਆ ਤੂੰ ਨਹੀਂ ਹੈਗਾ, ਭਾਵ ਅਕਾਲ ਪੁਰਖ ਨਹੀਂ। ਜਿੱਥੇ ਤੂੰ ਆ ਉਹ ਮੈਂ ਨਹੀਂ ਹੈਗਾ। ਮੈਂ ਹੁੰਦਾ ਭਾਵ ਨਾਟ ਫਿਜ਼ੀਕਲੀ, ਮੇਰੀ ਹਉਮੈ, ਮਾਈ ਈਗੋ। ਇਸ ਸਮੋਲ ਕਨਸੈਪਟਸ ਇੱਕ ਲਾਈਨ ਦੇ ਨਾਲ ਕੈਨ ਚੇਂਜ ਯੂਰ ਹੋਲ ਟੇਕ ਔਨ ਲਾਈਫ ਐਂਡ
ਜੋ ਤੁਸੀਂ ਦੇਖਦੇ ਆ, ਸੋਚਦੇ ਆ, ਤੁਰਦੇ ਫਿਰਦੇ ਆ, ਸਕੂਲ at work, ਕਈ ਵਾਰੀ ਇੱਕ ਲਾਈਨ ਪੰਕਤੀ ਦੇ ਨਾਲ ਨਾ ਬੰਦੇ ਦਾ ਜੀਵਨ ਬਦਲ ਸਕਦਾ. You don't have to learn or remember much of ਗੁਰਬਾਣੀ, the more the better, but ਉੱਤੇ ਅਮਲ ਕਰਨਾ ਵੀ ਮੈਂ ਕਿੱਥੇ ਖੜਾ ਤੇ ਗੁਰਬਾਣੀ ਸਾਨੂੰ ਕੀ ਕਹਿੰਦੀ ਆ. Last week, were there any hands up for who's going to say something? ਬੱਚੇ ਨੇ ਕੋਈ prepare ਕੀਤਾ for the stage? Anybody? Yeah, come to the back. I'm not sure what they're going to... Anybody else? Next week, I think I'm advised that you're on holidays, is that right? So next week we'll have a break from Gurmat school. Then the following week we'll be back. I think that's the 1st, from what I understand. Is that the 1st? So what time are we going to be here on the 1st? What time do we start? Hanji? 4 o'clock, that's right. 1st of March, yeah, 1st of March. And then in April, what's the big occasion, what big festive? Hanji? Vaisakhi. So Vaisakhi there, your teachers will be sort of preparing some of the bache for Vaisakhi, what it means. Before we share that with others, we ought to apne aap nu ਮਹਿਸੂਸ ਹੋਣਾ ਚਾਹੀਦਾ ਵਿਸਾਖੀ ਮੇਰੇ ਵਾਸਤੇ ਕੀ ਆ. So we have to, until we actually make it personal, then ਅਗਲੇ ਤੇ ਪ੍ਰਭਾਵ ਨਹੀਂ ਪੈਣਾ ਹੈਗਾ. It makes much of a more of an impression if whoever is doing something from the stage or the tabia or anywhere, if you yourself are enlightened to some degree. ਬਾਕੀ ਆਪਾਂ ਸਾਰੇ ਸਿੱਖਦੇ ਆ, but it's important to be on that ladder. So let's listen to what you guys talk about. Okay. So ਧਿਆਨ ਸੁਣਨਾ, and then I'm going to ask what was on the calendar, because I mentioned it last week, ਪਿਛਲੇ ਹਫਤੇ ਚ ਕੀ ਸੀਗਾ, and then next week, although there's no Gurmat class, you can still learn and read up about it. So ਧਿਆਨ ਨਾਲ ਸੁਣੀ, ਹੱਥ ਜੋੜ ਕੇ ਫਤਿਹ ਬੁਲਾਈਏ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. Vaiguru Ji Ka Khalsa, Vaiguru Ji Ki Fateh. Today I will tell you the story of Guru Nanak Dev Ji and the 2 villages. Guru Nanak Dev Ji was always accomplished by the Muslim companion called Mardana. Once they were very hungry and visited a village in Punjab where they thought people would be kind enough to let them have some food and water. But the villagers were very rude and didn't show any respect, let alone offering some food and water. As they were leaving this village, Guru Nanak Dev Ji prayed as well and said, "O Akal Purakh, bless these folks so that they live here happily." Mardana, somewhat puzzled at this, couldn't understand why the Guru blessed them, but he hesitated to question the Guru. Hungry and thirsty, they marched to the next village. By now, they were really hungry and thirsty. Ahead of Guru Nanak, Mardana approached the villages and asked for food and drink. The villagers were very kind and gave them food and drink and offered them shelter too, to stay and pray together. Mardana was really happy. He forgot all about the behavior of the other village towards them. Next morning, when they were leaving the villages up as before, Guru Nanak offered a prayer. "O Akal Purakh, O Lord, bless these folks so that they desert this village and live everywhere amongst other people." Mardana, who was already puzzled, could no longer contain himself and said, "O Guru, I'm really confused. You blessed those folks with happy life in the village who treated us badly, and prayed to Allah for these folks to be deserted who offered us food, water and shelter like next to none. Please explain it." Replied Guru Nanak, "Mardana, people of bad behavior are better off in their homes. If they spread, so would there be bad habits. Folks from the second village were nice and kind to us. If they dispraise, the world would become a better place. That is why I prayed for them to desert and spread in the world and flourish everywhere too." Mardana was contained and quiet after this, but couldn't help to say, "Forgive me, O Guru. You have very
precious way to express kindness and gratitude, which I sometimes fail to understand immediately. Happily, Mardana remained with Guru Nanak Dev Ji for his rest of his life, preaching the message of Gurbani. Mardana was a rebab player, a small musical instrument like a violin with 3 strings. Guru Nanak would say, Mardana Ji, play the rebab. Gurbani has come from Lord. Together they travelled singing and spreading the message of Gurbani from village to village and country to country, the Middle East of Mecca and Medina and Baghdad together, preaching the oneness of God and the oneness of communicating. Until his death, Mardana accomplished Guru Nanak for 54 years. Vaheguru Ji ka Khalsa, Vaheguru Ji ki Fateh. Vaheguru Ji ka Khalsa, Vaheguru Ji ki Fateh. So, anybody want to tell me the essence of that story? But but you all heard it. What was the meaning of that story in 2 lines? So nobody listening? Hanji. Yeah. Exactly. So the mari cheez ya, keep it contained. Je changi ya bahar jaake bando. Okay. So every, the obvious doesn't come to mind until you actually think, that makes a lot of good sense. ਇੱਥੇ ਧਰਮ ਦੀ ਗੱਲ ਨਹੀਂ ਹੈਗੀ ਸੋ ਬੱਚੀ ਨੇ ਕਿਹਾ ਸੀ ਅੱਲਾ ਰਾਮ ਗੋਡ ਵਾਹਿਗੁਰੂ ਸਾਰੇ ਧਰਮਾਂ ਦੇ ਵਿੱਚ ਚੰਗੀ ਚੀਜ਼ਾਂ ਹੈਗੀਆਂ ਸਾਡਾ ਨਿਰਾਲਾ ਆ ਸਾਡਾ ਪਾਥ ਵੱਖਰਾ ਆ ਪਰ ਕਿਸੇ ਨੂੰ ਮਾੜਾ ਨਹੀਂ ਸੀ ਕਹਿਣਾ How long was Mardana ji with Guru Nanak Dev Ji? I know you know because you said, Hanji, 54 years. That's a long time. An awful long time. That shows the companionship, the friendship and the trust between the two. He's the only one who actually in the world had lived with Guru Nanak the longest. Well, 54 years, yeah, exactly. Now 54 saal de rehna koi maina rakhanda. ਧਰਮਾਂ ਦੇ ਵਿੱਚ ਨਾ ਕਈ ਰਿਚੁਅਲਿਸਟਿਕ ਪ੍ਰੈਕਟਿਸਿਸ ਹੁੰਦੀਆਂ ਆਪਾਂ ਦੇਖ ਲਿਆ ਹਿੰਦੂਆਂ 'ਚ ਵੀ ਆ ਮੁਸਲਮਾਨਾਂ 'ਚ ਵੀ ਹੈਗੀ ਆ ਕ੍ਰਿਸਚਨਾਂ 'ਚ ਵੀ ਹੈਗੀ ਆ ਸਿੱਖਾਂ 'ਚ ਵੀ ਹੋਣੀ ਚਾਹੀਦੀ ਨਹੀਂ ਗੁਰੂ ਸਾਹਿਬ ਦੇ ਮੁਤਾਬਕ That's why it's important to read the Sikh Rehਤ Maryada which tells us what ritualistic practices ਸਾਨੂੰ ਨਹੀਂ ਕਰਨੀ ਚਾਹੀਦੀਆਂ I'll just share something. ਕੱਲ੍ਹ I was at the gym and a friend of mine, Musulman, he's a diabetic, insulin dependent. So we can next month they start fasting. Okay, for a month. So do you fast? Well, no, because he's diabetic, he's not necessary. He can be allowed not to fast. Your sugars can fall. So, or if you're pregnant or if you're ill, there are exemptions. But ਸਾਡੇ ਕੌਮ ਦੇ ਵਿੱਚ ਵੀ ਕਈ ਹੈਗੇ ਬੰਦੇ ਜਾਂ are so fastidious and ritualistic ਵੀ ਜੇ ਤੁਸੀਂ ਨਹੀਂ fast ਕਰਦੇ, they think you're not a Muslim. Now, I'm not going to get into whether it's allowed or not allowed if you're ill. Personally, I think it makes common sense. If you're diabetic, you have to be careful. But I said to him, I was reading about 10 years ago that Saudi Arabia, there's 1 in 4, 25% people are obese, very, very overweight. So if you ਇੱਕ ਪਾਸੇ fast ਕਰਦੇ ਆ ਤੇ ਦੂਜੇ ਪਾਸੇ a quarter or more of your population are way overweight. Not just overweight, but obese. BMI of 30 or more. What does that show? Or he's a thin person. He's thinner than I am. And he trains hard. ਕਹਿੰਦਾ ਤੁਸੀਂ in Sukhdev, ਕਹਿੰਦਾ the Norman Road ਤੇ ਜਾ ਕੇ ਦੇਖਿਆ ਕਰੋ. It'll be packed with people buying food for each other. And yet we're supposed to be fasting. ਕਿਉਂਕਿ ਰਾਤ ਨੂੰ ਫਿਰ ਦਿੰਦੇ overindulge. ਮੈਂ ਕਿਹਾ ਬਿਹਤਰ ਨਾ ਹੋਵੇ ਕਿ ਜੇ ਤੁਸੀਂ ਪੈਸੇ ਬਚਾਉਣੇ ਆ, the money you save, you give to the needy. Or given some other form. And he said, that's the whole point of this. But ਕਹਿੰਦੇ ਸਾਡੀ community ਵਿੱਚ ਵੀ it's become a ritual. Fasting.
ਇਹ ਚੀਜ਼ਾਂ ਤੋਂ ਸਾਨੂੰ ਗੁਰੂ ਸਾਹਿਬ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀਗੀ ਜਸਟ ਗੋਇੰਗ ਟੂ ਤੀਰਥ ਤੇ ਇਸ਼ਨਾਨ ਕਰ ਲਿਆ ਬ ਆ ਕੇ ਯੂ ਫੀਲ ਗੁੱਡ ਬਟ ਹੈਵ ਯੂ ਗੇਨਡ ਐਨੀਥਿੰਗ ਅਕਾਲ ਪੁਰਖ ਦੇ ਨਾਮ ਨਾਲ ਕੁਛ ਜੁੜਿਆ ਕਿ ਨਹੀਂ ਕਿ ਆ ਕੇ ਮੁੜ ਕੇ ਉਹੀ ਕੰਮ ਕਰਨੇ ਆ ਲਾਸਟ ਵੀਕ what was on the calendar on the 11th ਹਾਂਜੀ ਹਾਂਜੀ first day what day was that Baba Jeet Singh ji it's on the 11th on Wednesday Tuesday so who was Baba Jeet Singh ji I was hoping koi bacha aake stage te dassuga ਹਾਂਜੀ eldest son that's right just two quick things Baba Jeet Singh was born 11th of February 1687 what year was Vaisakhi originally ਹਾਂਜੀ ਹਾਂਜੀ what year ਕਿਹੜੇ ਸਾਲ 1699 30th of March 1699 okay it was March but in the I can't remember which year but the Gregorian calendar changed because of Pope Gregory I think although that's 11 ਦਿਨ ਇੱਧਰ ਉੱਧਰ change ਹੋ ਗਏ ਸੀਗੇ but the day was March the 30th 1699 so Baba Jeet Singh Ji was born in 1687 how old was he when Vaisakhi happened 87 to 99 how old was he Hanji 12 simple question it's not a trick question just after Vaisakhi Guru Sahib ne na Baba Jeet Singh nu mission ਦਿੱਤਾ ਸੀਗਾ there was a ਸਿੱਖ ਕੋਈ ਆਇਆ ਸੀ ਕਹਿੰਦੇ ਸਾਡੇ ਪਿੰਡ ਦੇ ਵਿੱਚੋਂ ਕੋ ਲੁੱਟ ਕੇ ਲੈ ਗਏ there were some people that looted some stuff so Guru Gobind Singh Ji sent Baba Jeet Singh at the age of 12 with about 100 people to get the property back and he did successfully 4 years later in 1703 ਇੱਕ ਬ੍ਰਾਹਮਣ ਆਇਆ ਸੀਗਾ ਗੁਰੂ ਸਾਹਿਬ ਕੋਲ newly wed ਕਹਿੰਦੇ ਕਿ ਮੇਰੀ ਵਾਈਫ ਨੂੰ ਚੱਕ ਕੇ ਲੈ ਕੇ ਗਏ ਉਦੋਂ ਵੀ ਬਾਬਾ ਜੀਤ ਸਿੰਘ ਜੀ ਨੂੰ with about 100 men ਭੇਜੇ ਸੀ ਵਾਪਸ ਲੈ ਕੇ ਆਏ ਉਹਦੀ ਵਾਈਫ at the age of 12 can you imagine the responsibility that Guru Sahib gave to Baba Jeet Singh Ji he could see he gave him such training and not only mentally but physically was very excuse me very strong and ਆਪਾਂ ਦੇਖੀ 12 ਸਾਲ ਦੇ even me at 58 ਸਿਆਣਿਆਂ ਦੇ ਵਿੱਚੋਂ or your parents or your fathers how many of us could actually undertake such a responsible duty to go and ਕਿਸੇ ਪਿੰਡੋਂ ਲੈ ਕੇ ਮੁੜ ਕੇ ਜਨਾਨੀ ਨੂੰ ਲੈ ਕੇ ਆਣਾ ਜੇ ਚੱਕ ਕੇ ਲੈ ਗਏ ਉਸ people that have taken some of your looted your village so these were the qualities of such ਸਾਡੇ ਜਿਹੜੇ elders ਸੀਗੇ ਤਾਂ ਹੀ ਉਹਨੇ ਬਾਬਾ ਅਜੀਤ ਸਿੰਘ ਕਹਿੰਦੇ ਕਿ ਬਾਬਾ ਸਤਿਕਾਰਯੋਗ ਹੁੰਦੇ ਨੋਰਮਲੀ elderly people because ਉਹਨੇ ਉੱਚੀ ਸੁੱਚੀ ਸੋਚਣੀ ਸੀਗੀ so that's ਬਾਬਾ ਅਜੀਤ ਸਿੰਘ ਜੀ ਜਿੱਥੇ where he fell ਚਮਕੌਰ ਸਾਹਿਬ ਉੱਥੇ ਗੁਰਦੁਆਰਾ ਕਤਲਗੜ੍ਹ ਸਾਹਿਬ I've not made ਦਰਸ਼ਨ ਨਹੀਂ ਹੋਏ but I'd love to have seen that place at some point so that was in 1700 what year was ਚਮਕੌਰ ਸਾਹਿਬ ਦਾ ਸਾਕਾ ਹਾਂਜੀ 1793 04 okay when you look on the website often they talk about December 1705 for some reason but it was December 1704 the following day and I'll just link it in with the Hukamnama vich siga the following day what was on the calendar on the 12th you know coming to Gurmat school ਜਦੋਂ COVID ਦੇ ਵਿੱਚ ਵੀ I switched off I'll be honest with you I didn't used to look at the calendar hardly but ਹੁਣ ਆਉਣ ਦੇ ਨਾਲ if especially on the stage you have to think what was on our calendar and it makes us think about all the events Sikh calendar ਦੇ ਉੱਤੇ this is why I say ਵੀ calendar ਦੇਖਿਆ ਕਰੋ ਉਹਦੇ ਨਾਲ through the year we'll learn so much about Sikh history not just Vaisakhi or Guru Nanak Ji or Gurpurb but other things so on the 12th was Bandi Chhod Divas this year I didn't hear much about it I am not sure whether that's actually fixed yet. Well, ਉਹ ਨਾਨਕ ਸਾਈਕਲ ਕੈਲੰਡਰ ਤੇ ਮੈਂ ਦੇਖਿਆ ਸੀਗਾ so ਉਹਦੇ ਤੇ ਲਿਖਿਆ ਸੀਗਾ but that's why I looked at two calendars and it said that but
What was the purpose? Bandi Chhod Divs. Does anybody know which Guru Sahib that was related to? Hanji. Excellent. So he was sent to Gwalior Fort for about 2 years, imprisoned there. I've never been to Gwalior Fort, but my photo and it looks amazing. Absolutely amazing. But utte fort siga, they were kept prisoners, but usually not ordinary prisoners, people from the aristocracy or noble, the Raja Siguthe. So how many princes were there with Guru Hargobind Sahib Ji that were imprisoned in the fort? How many? Hanji? 52. 52. So I'm not going to go into the history because this is how they made a chola with 52 tassels of different sizes so the court could escape. But Bandi Chhod, alright, Guru Sahib to utthe siga, Bandi Chhod Devs, Bandi, Bandana, captive. They were captive in a prison. Chhod, utthe chad ke aaya. Spiritually, what does Bandi Chhod mean and how are we going to bring that into our lives? When utthe si aaya Gurdware, we're not prisoned, are we? We're free people. So why have we come to Gurdwara today? Why do we do part? ਸਾਨੂੰ ਕਾਨੇ ਦੀ ਲੋੜ ਹੈਗੀ ਕਿ ਅਸੀਂ ਤਾਂ ਪ੍ਰਿਜ਼ਨ 'ਚ ਹੈ ਨਹੀਂ. ਪਰ ਵਾਟ ਡਸ ਗੁਰੂ ਸਾਹਿਬ ਸੇ ਵਾਟ ਇਜ਼ ਕਿਹੜੀ ਚੀਜ਼ ਤੋਂ ਅਸੀਂ ਮੁਕਤੀ ਲੈਣੀ, ਕਿਹੜੀ ਚੀਜ਼ ਤੋਂ ਅਸੀਂ ਖਲਾਸੀ ਲੈਣੀ ਆ? ਵਾਟ ਡੂ ਵੀ ਵਾਂਟ ਟੂ ਕੰਟਰੋਲ ਐਂਡ ਫਰੀ ਆਰ ਮਾਈਂਡਸ ਫਰੋਮ? So they became free from a prison, a physical prison. But who are our dushman? ਹਾਂਜੀ, 5 ਚੋਰ ਜਿਹੜੇ ਆ ਨਾ ਗਿਣੇ ਜਾਂਦੇ, sorry Parminder should ask. The 5 thieves, ਸਾਡਾ ਜਿਹੜਾ ਮਨ captive ਆ is lust, anger, greed, attachment and ego. Pride and ego are different things. But ਗੁੱਸਾ ਜਦੋਂ ਆਉਂਦਾ ਸਾਨੂੰ attachment ਹੋ ਜਾਂਦੀ ਹੈ. ਅਸੀਂ ਨੇ ਕਿਹਾ ਵੀ Maya is anything that distracts us from Akar Purkh's naam. It could be anything. It could be your wealth, it could be your properties, it could be businesses. ਜੇ ਸੇਵਾ ਵੀ ਕਰਦੀ, ਸੇਵਾ ਦੇ ਵਿੱਚ ਕਰਕੇ ਨਾ ਹਉਮੈ ਆ ਗਈ, ਉਹ ਵੀ ਮਾਇਆ ਆ. ਜੇ ਕਹੀਏ ਅਸੀਂ ਮੈਂ ਲੰਗਰ ਕਰਾਇਆ, ਮੇਰਾ ਤਾਂ ਹੈ ਨਹੀਂ, ਕਬੀਰ ਮੇਰਾ ਮੁਝ ਮੇਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ. ਵੀ can't, ਅਸੀਂ ਤਾਂ ਕੁਛ ਨਹੀਂ ਕਰ ਸਕਦੇ. ਜੇ ਅਕਾਲ ਪੁਰਖ ਦੀ ਮਿਹਰ ਨਾ ਹੋਵੇ, I couldn't be standing here talking to you. You couldn't be listening. I couldn't see you. You couldn't see me. ਅਸੀਂ ਖਾ ਨਹੀਂ ਸਕਦੇ ਹੈਗੇ. Our digestive system wouldn't be working. We wouldn't be able to do anything for ourselves, let alone for anything anybody else. So ਜਿਹੜਾ ਸਾਨੂੰ ਦਿੱਤਾ, ਉਹੀ ਅਸੀਂ ਸ਼ੇਅਰ ਕਰ ਸਕਦੇ ਹਾਂ. ਸੋ ਹਮੇਸ਼ਾ ਹੀ ਅਕਾਲ ਪੁਰਖ ਦਾ ਧੰਨਵਾਦ ਕਰਨਾ ਵੀ ਸਾਡੇ ਮਨ ਦੇ ਵਿੱਚ ਇਹ 5 ਚੋਰਾਂ ਦਾ ਕੰਟਰੋਲ ਰਹੇ. ਮਾਰ ਨਹੀਂ ਸਕਦੇ, ਨਾ ਮਾਰਨੇ ਗੁਰੂ ਨੇ ਕਿਹਾ, ਪਰ ਕੰਟਰੋਲ ਰੱਖ ਕੇ ਤੇ ਹਉਮੈ ਦੇ ਵਿੱਚੋਂ ਨਿਕਲਣਾ. ਜਿੱਦਾਂ ਕਹਿੰਦੇ ਸੌਰੀ, ਦੂਜੀ ਚੀਜ਼ ਇਹ ਵੀ ਇੰਪੋਰਟੈਂਟ ਆ ਕਿ ਜਦੋਂ ਤੁਸੀਂ ਸੇਵਾ ਕਰਦੇ ਆ ਨਾ, your mind should be happy doing that. If you're doing it simply because you have to, then you don't get the same elation in your mind. ਸੇਵਾ ਖੁਸ਼ੀ ਨਾਲ ਕਰਨੀ ਆ ਹਮੇਸ਼ਾ ਹੀ, ਪਰ ਇੱਦਾਂ ਨਹੀਂ ਪਈ I have to go now because it's Saturday. That's ਗੁਰੂ ਸਾਹਿਬ ਕਹਿੰਦੇ ਇਹਨੂੰ ਨਹੀਂ ਕੋਈ ਫਲ ਵੀ ਲੱਗਦਾ. ਤੁਹਾਡੇ ਮਨ ਦੇ ਵਿੱਚ ਤਾਂ ਗੁਰੂ ਸਾਹਿਬ ਘਰ ਕਰਨਗੇ ਜੇ ਤੁਸੀਂ ਖੁਸ਼ੀ ਨਾਲ ਉਹ ਕੰਮ ਕਰਦੇ ਆ. ਇਟਸ ਅ ਪਾਰਟ ਆਫ ਮਾਈ ਲਾਈਫ. ਸੋ ਦੈਟਸ ਵੈਰੀ ਇੰਪੋਰਟੈਂਟ. ਜਦੋਂ ਸੇਵਾ ਕਰਨੀ ਆ ਉਹ ਖੁਸ਼ੀ ਨਾਲ ਕਰਨੀ ਆ, ਇਹ ਨਹੀਂ ਵੀ ਆਈ ਹੈਵ ਟੂ ਡੂ ਇਟ. ਬਿਲਕੁਲ ਬਿਲਕੁਲ. ਸੋ ਸਾਚ ਕਹੂੰ ਸੁਣ ਲੈ ਸਭੇ ਜਿਨ ਪ੍ਰੇਮ ਕਿਓ. ਪ੍ਰੇਮ ਦੀ ਗੱਲ ਆ. ਵੀ ਆਲ ਫਾਲ ਫਾਲ. ਮੈਂ ਵੀ ਪਾਠ ਕਰਦਾ ਕਰਦਾ ਮੇਰਾ ਮਨ ਹੋਰ ਪਾਸੇ ਹੁੰਦਾ, ਬਟ ਵੀ ਬ੍ਰਿੰਗ ਇਟ ਬੈਕ. ਜਦੋਂ ਹੋਰ ਪਾਸੇ ਗਿਆ, ਟਰਾਈ ਐਂਡ ਬ੍ਰਿੰਗ ਇਟ ਬੈਕ. ਸੋ ਅਰਦਾਸ, ਸਾਡੀ ਅਰਦਾਸ ਬੇਨਤੀ ਇਹੀ ਹੁੰਦੀ ਆ. ਅਰਦਾਸ ਬੇਨਤੀ ਇਜ਼ ਨਾਟ ਜਸਟ ਸਟੈਂਡਿੰਗ ਹੇਅਰ, ਇਜ਼ ਬੀਇੰਗ ਗ੍ਰੇਟਫੁਲ. ਅਕਾਲ ਪੁਰਖ ਦਾ ਨਾਮ ਜਪਣਾ, ਉਹਦੀ ਹੋਂਦ ਨੂੰ ਮਹਿਸੂਸ ਕਰਨਾ, ਖੁਸ਼ ਹੋ ਕੇ ਉਹਨੂੰ ਥੈਂਕ ਹਿਮ. ਸੋ ਥੈਂਕ ਹਿਮ, ਓ ਲੋਰਡ. ਪੀਆ ਦੇਖੋ ਇੱਥੇ ਅਸੀਂ ਬੈਠੇ ਹਾਂ, ਵੀ ਹੈਵ ਲਾਈਟਸ ਹੇਅਰ, you have clothes on your back, it's heated. If it's garmi hoy to pakhe laye hunde ho AC. Thalle ja ke jine shakna ya. I've in my profession I saw people that can't eat. They have various problems that they can't eat or digest food, or they've got skin problem, whatever it is. When you go into your house today, open the door, say Satya Pacha Vaheguru, thank you for this. Whether you've got a 1-bedroom flat that you rent or you've got a 10-bedroom property or in every continent, ਸ਼ੁਕਰ ਕਰੋ ਉਹਦਾ ਵੀ ਮੇਰਾ ਨਹੀਂ ਹੈਗਾ. This could be taken away from you any day, at any time.
So, खुश होके करना, खुशी होके आना doesn't mean that we're always keen and कई बारी थके हुन्ने हैं, or you're not motivated, whether it's to come to the Gurdwara, go to school, or go to work. But make the effort. हौली 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 एक पैर तुसी जाओगे तो गुरु साहब कहंदे मैं, he'll come toward you and take many hundreds of steps or thousands, but we have to make that first effort. Sanji? Yeah, so yeah, I've been reminded, it's 4:45. So ਆਪਾਂ next week ਹੈਗੀ ਛੁੱਟੀ. So we meet you back in 2 weeks' time. So how to When we come back. When do we come back? Which days? So next week, next week ਛੁੱਟੀ ਆ, 2 weeks' time, back here at 4 o'clock. 9th of February ਨੂੰ ਆ ਜਿਓ, ਹੈ ਨਹੀਂ ਐਸੇ ਕੈਲੰਡਰ ਤੇ। ਚਲੋ ਹੱਥ ਜੋੜ ਕੇ ਫਤਿਹ ਬੁਲਾਈਏ ਸਾਰਿਆਂ ਨੂੰ। ਖਾਲਸਾ ਵਾਹਿਗੁਰੂ ਜੀ ਕੀ ਫਤਿਹ।